ਹੈਲੋ ਡੀਅਰ ਸਟੂਡੈਂਟਸ, ਹਾਊ ਆਰ ਯੂ ਆਲ। ਮੇਰਾ ਨਾਮ ਹੈ ਸੰਦੀਪ ਸਿੰਘ ਤੇ ਮੈਂ ਸਰਕਾਰੀ ਮਿਡਲ ਸਕੂਲ ਪੰਡੋਰੀ ਬਾਵਾ ਦਾਸ ਡਿਸਟ੍ਰਿਕਟ ਹੁਸ਼ਿਆਰਪੁਰ ਵਿੱਚ ਬਤੌਰ ਸਾਇੰਸ ਮਾਸਟਰ ਸੇਵਾਵਾਂ ਨਿਭਾ ਰਿਹਾ ਹਾਂ। ਅੱਜ ਅਸੀਂ 9ਵੀਂ ਜਮਾਤ ਦੇ ਸਾਇੰਸ ਵਿਸ਼ੇ ਨਾਲ ਸੰਬੰਧਿਤ ਚੈਪਟਰ 6 ਜਿਸ ਦਾ ਨਾਮ ਹੈ ਟਿਸ਼ੂ ਬਾਰੇ ਗੱਲ ਕਰਾਂਗੇ। ਪਿਆਰੇ ਵਿਦਿਆਰਥੀਓ, ਪਿਛਲੇ ਅਧਿਆਏ ਅਤੇ ਕਲਾਸ 8ਵੀਂ ਵਿੱਚ ਤੁਸੀਂ ਸੈੱਲਾਂ ਬਾਰੇ ਪੜ੍ਹ ਕੇ ਆਏ ਹੋ। ਤੁਹਾਨੂੰ ਪਤਾ ਹੈ ਕਿ ਸੈੱਲ ਜੀਵਨ ਦੀ ਮੁੱਢਲੀ ਰਚਨਾਤਮਕ ਅਤੇ ਕਿਰਿਆਤਮਕ ਇਕਾਈ ਹੁੰਦੀ ਹੈ ਤੇ ਅਸੀਂ ਸਾਰੇ ਜਾਣਦੇ ਹਾਂ ਕਿ ਸਾਰੇ ਸਜੀਵ ਸੈੱਲਾਂ ਤੋਂ ਬਣੇ ਹੁੰਦੇ ਹਨ ਅਤੇ ਸਾਰੇ ਜੀਵ ਆਪਣਾ ਜੀਵਨ ਇੱਕ ਸੈੱਲ ਤੋਂ ਹੀ ਸ਼ੁਰੂ ਕਰਦੇ ਹਨ ਜਿਸ ਨੂੰ ਅਸੀਂ ਅੰਡਾ ਆਖਦੇ ਹਾਂ। ਸੈੱਲਾਂ ਦੀਆਂ ਕਿਸਮਾਂ ਦੇ ਆਧਾਰ ਤੇ ਅਸੀਂ ਜੀਵਾਂ ਨੂੰ ਦੋ ਭਾਗਾਂ ਵਿੱਚ ਵੰਡਿਆ ਸੀ, ਇੱਕ ਸੈਲੀ ਜੀਵ ਅਤੇ ਬਹੁ ਸੈਲੀ ਜੀਵ। ਇੱਕ ਸੈਲੀ ਜੀਵ ਦਾ ਮਤਲਬ ਹੈ ਇੱਕ ਸੈੱਲ ਤੋਂ ਬਣਿਆ ਜੀਵ, ਜਿਵੇਂ ਕਿ ਐਮੀਬਾ। ਇੱਕ ਸੈਲੀ ਜੀਵਾਂ ਵਿੱਚ ਇੱਕ ਹੀ ਸੈੱਲ ਜੀਵਨ ਦੀਆਂ ਸਾਰੀਆਂ ਕਿਰਿਆਵਾਂ ਕਰਦਾ ਹੈ। ਫॉर एग्जाम्पल ਅਮੀਬਾ ਵਿੱਚ ਇੱਕ ਹੀ ਸੈੱਲ ਗਤੀ ਕਰਨ ਵਿੱਚ, ਭੋਜਨ ਗ੍ਰਹਿਣ ਕਰਨ ਵਿੱਚ, ਗੈਸਾਂ ਦਾ ਆਦਾਨ ਪ੍ਰਦਾਨ ਤੇ ਮਲ ਤਿਆਗ ਕਿਰਿਆ ਕਰਦਾ ਹੈ। ਪਰੰਤੂ ਬਹੁਤ ਸੈਲੀ ਜੀਵਾਂ ਵਿੱਚ ਕਰੋੜਾਂ ਸੈੱਲ ਹੁੰਦੇ ਹਨ। ਇਹਨਾਂ ਵਿੱਚ ਬਹੁਤੇ ਸੈੱਲ ਕੁਝ ਖਾਸ ਕੰਮ ਕਰਦੇ ਹਨ। ਹਰ ਇੱਕ ਖਾਸ ਕੰਮ ਨੂੰ ਨੇਪਰੇ ਚਾੜਨ ਲਈ ਸੈੱਲਾਂ ਦਾ ਇੱਕ ਖਾਸ ਸਮੂਹ ਕੰਮ ਕਰਦਾ ਹੈ। ਉਦਾਹਰਨ ਦੇ ਤੌਰ ਤੇ ਮਨੁੱਖਾਂ ਵਿੱਚ ਪੱਠਿਆਂ ਦੇ ਸੈੱਲ ਗਤੀ ਕਰਨ ਲਈ ਸੁੰਗੜਨ ਅਤੇ ਫੈਲਣ ਦਾ ਕੰਮ ਕਰਦੇ ਹਨ। ਇਸੇ ਤਰ੍ਹਾਂ ਨਾੜੀ ਸੈੱਲ, ਜਿਸ ਬਾਰੇ ਤੁਸੀਂ 8ਵੀਂ ਕਲਾਸ ਵਿੱਚ ਵੀ ਪੜ੍ਹਿਆ ਸੀ, ਸੰਦੇਸ਼ ਪਹੁੰਚਾਉਣ ਦਾ ਕੰਮ ਕਰਦਾ ਹੈ। ਇਸੇ ਤਰ੍ਹਾਂ ਪਿਆਰੇ ਵਿਦਿਆਰਥੀਓ, ਪੌਦਿਆਂ ਵਿੱਚ ਵੀ ਵਹਿਣੀ ਟਿਸ਼ੂ ਹੁੰਦੇ ਹਨ, ਮੀਨਸ ਕੰਡਕਟਿੰਗ ਟਿਸ਼ੂ ਹੁੰਦੇ ਹਨ, ਜੋ ਪੌਦੇ ਦੇ ਵੱਖ-ਵੱਖ ਭਾਗਾਂ ਵਿੱਚ ਪਾਣੀ ਅਤੇ ਖਣਿਜ ਪਹੁੰਚਾਉਣ ਦਾ ਕੰਮ ਕਰਦੇ ਹਨ। ਮੇਰਾ ਕਹਿਣ ਦਾ ਮਤਲਬ ਹੈ ਜ਼ਾਈਲਮ ਅਤੇ ਫਿਲੋਮ ਟਿਸ਼ੂਜ਼। ਤੁਸੀਂ ਇਹ 8ਵੀਂ ਕਲਾਸ ਵਿੱਚ ਵੀ ਪੜ੍ਹ ਕੇ ਆਏ ਹੋ। ਸੋ ਅਸੀਂ ਕਹਿ ਸਕਦੇ ਹਾਂ ਕਿ ਸੈੱਲਾਂ ਦੇ ਸਮੂਹ ਜੰਤੂਆਂ ਅਤੇ ਪੌਦਿਆਂ ਵਿੱਚ ਵੱਖ-ਵੱਖ ਕੰਮ ਕਰਦੇ ਹਨ। ਸੋ ਸੈੱਲਾਂ ਦੇ ਇਹ ਖਾਸ ਸਮੂਹ ਕੀ ਹਨ? ਅਸਲ ਵਿੱਚ ਅਸੀਂ ਇਹਨਾਂ ਨੂੰ ਟਿਸ਼ੂ ਆਖਦੇ ਹਾਂ। ਸੋ ਪਿਆਰੇ ਵਿਦਿਆਰਥੀਓ, ਸਾਡਾ ਚੈਪਟਰ ਹੈ ਟਿਸ਼ੂ। ਸੋ ਅਸੀਂ ਇਸ ਚੈਪਟਰ ਵਿੱਚ ਟਿਸ਼ੂ ਦੀ ਪਰਿਭਾਸ਼ਾ, ਟਿਸ਼ੂ ਦੀਆਂ ਕਿਸਮਾਂ ਮੀਨਸ ਪਲਾਂਟ ਟਿਸ਼ੂ ਅਤੇ ਐਨੀਮਲ ਟਿਸ਼ੂ ਬਾਰੇ ਪੜਾਂਗੇ। ਉਸ ਤੋਂ ਬਾਅਦ ਪਲਾਂਟ ਟਿਸ਼ੂ ਦੀਆਂ ਕਿਸਮਾਂ ਅਤੇ ਉਹਨਾਂ ਦੇ ਕਾਰਜਾਂ ਬਾਰੇ ਪੜਾਂਗੇ ਤੇ ਆਖਿਰ ਵਿੱਚ ਅਸੀਂ ਐਨੀਮਲ ਟਿਸ਼ੂ ਮੀਨਸ ਜੰਤੂ ਟਿਸ਼ੂ ਦੀਆਂ ਕਿਸਮਾਂ ਅਤੇ ਉਹਨਾਂ ਦੇ ਕਾਰਜਾਂ ਬਾਰੇ ਇਸ ਚੈਪਟਰ ਵਿੱਚ ਪੜਾਂਗੇ। ਵਿਦਿਆਰਥੀਓ, ਆਓ ਅਸੀਂ ਚੈਪਟਰ ਸ਼ੁਰੂ ਕਰਦੇ ਹਾਂ। ਇਸ ਵਿੱਚ ਪਹਿਲਾ ਟੌਪਿਕ ਹੈ ਟਿਸ਼ੂ ਦੀ ਪਰਿਭਾਸ਼ਾ। ਪਿਆਰੇ ਵਿਦਿਆਰਥੀਓ, ਟਿਸ਼ੂ ਇੱਕ ਤਰ੍ਹਾਂ ਦੇ ਸੈੱਲਾਂ ਦੇ ਸਮੂਹ ਤੋਂ ਬਣਦੇ ਹਨ ਜੋ ਇੱਕ ਖਾਸ ਕੰਮ ਕਰਦੇ ਹਨ। ਮੀਨਸ ਟਿਸ਼ੂ ਇਜ਼ ਏ ਗਰੁੱਪ ਆਫ ਸਿਮਿਲਰ ਸੈਲਸ ਟੂ ਪਰਫਾਰਮ ਏ ਸਪੈਸਿਫਿਕ ਫੰਕਸ਼ਨ। ਪਿਆਰੇ ਵਿਦਿਆਰਥੀਓ, ਬਹੁਤ ਸਾਰੇ ਪੌਦੇ ਅਤੇ ਜੰਤੂ ਟਿਸ਼ੂ ਸਿਸਟਮ ਸ਼ੋ ਕਰਦੇ ਹਨ। ਆਓ ਇਹਨਾਂ ਦੀ ਬਣਤਰ ਅਤੇ ਕਾਰਜਾਂ ਬਾਰੇ ਜਾਣੀਏ। ਵਿਦਿਆਰਥੀਓ, ਤੁਹਾਨੂੰ ਪਤਾ ਹੈ ਕਿ ਪੌਦੇ ਇੱਕ ਥਾਂ ਤੋਂ ਦੂਸਰੀ ਥਾਂ ਗਤੀ ਨਹੀਂ ਕਰ ਸਕਦੇ। ਇਸ ਦਾ ਮਤਲਬ ਹੈ ਕਿ ਪੌਦਿਆਂ ਵਿੱਚ ਬਹੁਤ ਸਾਰੇ ਟਿਸ਼ੂ ਉਹਨਾਂ ਨੂੰ ਮਜ਼ਬੂਤੀ ਅਤੇ ਤਾਕਤ ਪ੍ਰਦਾਨ ਕਰਦੇ ਹਨ। ਤੁਸੀਂ ਪੌਦਿਆਂ ਦੀ ਬਾਹਰ ਵਾਲੀ ਪਰਤ ਵੀ ਦੇਖੀ ਹੋਵੇਗੀ ਜੋ ਕਿ ਤੁਹਾਡੀ ਸਕਰੀਨ ਦੇ ਉੱਪਰ ਫਲੈਸ਼ ਹੋ ਰਹੀ ਹੈ। ਇਹ ਅਸਲ ਵਿੱਚ ਡੈਡ ਸੈੱਲ ਹੁੰਦੇ ਹਨ। ਇਹ ਵੀ ਜੀਵਤ ਸੈੱਲਾਂ ਵਾਂਗ ਹੀ ਪੌਦਿਆਂ ਨੂੰ ਉਨੀ ਹੀ ਮਜ਼ਬੂਤੀ ਪ੍ਰਦਾਨ ਕਰਦੇ ਹਨ। ਦੂਸਰੇ ਪਾਸੇ ਜੰਤੂ ਭੋਜਨ ਦੀ ਤਲਾਸ਼ ਲਈ ਇੱਕ ਥਾਂ ਤੋਂ ਦੂਸਰੀ ਥਾਂ ਇੱਧਰ-ਉੱਧਰ ਘੁੰਮਦੇ ਰਹਿੰਦੇ ਹਨ। ਇਸ ਤੋਂ ਭਾਵ ਇਹਨਾਂ ਨੂੰ ਪੌਦਿਆਂ ਦੇ ਮੁਕਾਬਲੇ ਊਰਜਾ ਦੀ ਜ਼ਿਆਦਾ ਲੋੜ ਹੁੰਦੀ ਹੈ। ਅਤੇ ਪਿਆਰੇ ਵਿਦਿਆਰਥੀਓ, ਜੰਤੂਆਂ ਵਿੱਚ ਜ਼ਿਆਦਾਤਰ ਟਿਸ਼ੂ ਜੀਵਿਤ ਹੁੰਦੇ ਹਨ। ਜੇਕਰ ਅਸੀਂ ਵਾਧੇ ਦੇ ਆਧਾਰ ਤੇ ਇਹਨਾਂ ਵਿੱਚ ਅੰਤਰ ਸਪਸ਼ਟ ਕਰੀਏ ਤਾਂ ਪੌਦਿਆਂ ਵਿੱਚ ਵਾਧਾ ਇੱਕ ਢੁਕਵੇਂ ਵਾਤਾਵਰਣ ਅਤੇ ਖਾਸ ਥਾਵਾਂ ਤੇ ਹੁੰਦਾ ਹੈ, ਜਦੋਂ ਕਿ ਜੰਤੂਆਂ ਵਿੱਚ ਇਸ ਤਰ੍ਹਾਂ ਦੀ ਲੋੜ ਨਹੀਂ ਹੁੰਦੀ। ਇਸ ਦਾ ਮਤਲਬ ਕਾਰਜ ਅਤੇ ਬਣਤਰ ਦੇ ਆਧਾਰ ਤੇ ਪੌਦਾ ਟਿਸ਼ੂ ਅਤੇ ਜੰਤੂ ਟਿਸ਼ੂ ਵੱਖ-ਵੱਖ ਪ੍ਰਕਾਰ ਦੇ ਹੁੰਦੇ ਹਨ।
ਆਓ ਅਸੀਂ ਸਭ ਤੋਂ ਪਹਿਲਾਂ ਪੌਦਾ ਟਿਸ਼ੂ ਬਾਰੇ ਡਿਟੇਲ ਵਿੱਚ ਪੜ੍ਹੀਏ। ਆਓ ਪਿਆਰੇ ਵਿਦਿਆਰਥੀਓ, ਟਿਸ਼ੂ ਦੀ ਡੈਫੀਨੇਸ਼ਨ ਕਰਦੇ ਹਾਂ। ਆਪਣੀਆਂ ਕਾਪੀਆਂ ਉਠਾਓ ਅਤੇ ਇਸ ਨੂੰ ਆਪਣੀ ਕਾਪੀ ਤੇ ਨੋਟ ਕਰੋ। ਟਿਸ਼ੂ ਇੱਕ ਤਰ੍ਹਾਂ ਦੇ ਸੈੱਲਾਂ ਦੇ ਸਮੂਹ ਤੋਂ ਬਣਦੇ ਹਨ ਜੋ ਇੱਕ ਖਾਸ ਕੰਮ ਕਰਦੇ ਹਨ। ਤੇ ਪਿਆਰੇ ਵਿਦਿਆਰਥੀਓ, ਇਹ ਟਿਸ਼ੂ ਇੱਕ ਖਾਸ ਕੰਮ ਕਰਦੇ ਹਨ। ਇਸ ਦਾ ਮਤਲਬ ਕੀ ਹੈ ਕਿ ਇਹ ਇੱਕ ਆਰਗਨ ਬਣਾਉਂਦੇ ਹਨ। ਜਿਵੇਂ ਕਿ ਸਾਡੀ ਜੀਭ ਦੇ ਵਿੱਚ ਐਪੀਲੀਥੀਅਲ ਸੈੱਲ ਹੁੰਦੇ ਹਨ, ਇਸੇ ਤਰ੍ਹਾਂ ਨਾੜੀ ਸੈੱਲ, ਮਸਲ ਸੈਲਸ। ਤੇ ਪਿਆਰੇ ਵਿਦਿਆਰਥੀਓ, ਇਹ ਆਰਗਨ ਮਿਲ ਕੇ ਫਿਰ ਇੱਕ ਖਾਸ ਤਰ੍ਹਾਂ ਦੀ ਜੀਵ ਕਿਰਿਆ ਕਰਦੇ ਹਨ ਤੇ ਉਸ ਨੂੰ ਅਸੀਂ ਆਰਗਨ ਸਿਸਟਮ ਆਖਦੇ ਹਾਂ। ਜਿਵੇਂ ਕਿ ਡਾਈਜੈਸਟਿਵ ਸਿਸਟਮ ਮੀਨਸ ਪਾਚਨ ਪ੍ਰਣਾਲੀ, ਤੇ ਇਹ ਆਰਗਨ ਸਿਸਟਮ ਮਿਲ ਕੇ ਇੱਕ ਆਰਗੇਨਿਜ਼ਮ ਬਣਾਉਂਦੇ ਹਨ। ਸੋ ਸਭ ਤੋਂ ਮੁੱਢਲੀ ਇਕਾਈ ਕੀ ਹੋਈ? ਸੈੱਲ। ਸੈੱਲਾਂ ਤੋਂ ਮਿਲ ਕੇ ਕੀ ਬਣਦੇ ਆ? ਟਿਸ਼ੂ। ਟਿਸ਼ੂ ਤੋਂ ਮਿਲ ਕੇ ਕੀ ਬਣਦੇ? ਆਰਗਨ। ਆਰਗਨ ਤੋਂ ਮਿਲ ਕੇ ਕੀ ਬਣਦਾ? ਆਰਗਨ ਸਿਸਟਮ। ਤੇ ਆਰਗਨ ਸਿਸਟਮ ਕੀ ਬਣਾਉਂਦਾ ਹੈ? ਆਰਗੇਨਿਜ਼ਮ। ਪਿਆਰੇ ਵਿਦਿਆਰਥੀਓ, ਟਿਸ਼ੂ ਨੂੰ ਅਸੀਂ ਦੋ ਭਾਗਾਂ ਵਿੱਚ ਵੰਡਾਂਗੇ, ਪੌਦਾ ਟਿਸ਼ੂ ਅਤੇ ਜੰਤੂ ਟਿਸ਼ੂ। ਆਓ ਪਿਆਰੇ ਵਿਦਿਆਰਥੀਓ, ਪੌਦਾ ਟਿਸ਼ੂ ਬਾਰੇ ਜਾਣੀਏ, ਮੀਨਸ ਪਲਾਂਟ ਟਿਸ਼ੂ ਬਾਰੇ। ਪੌਦਾ ਟਿਸ਼ੂ ਅਸਲ ਵਿੱਚ ਦੋ ਤਰ੍ਹਾਂ ਦੇ ਹੁੰਦੇ ਹਨ, ਅਸਥਾਈ ਟਿਸ਼ੂ ਅਤੇ ਸਥਾਈ ਟਿਸ਼ੂ। ਅਸਥਾਈ ਟਿਸ਼ੂ ਮੀਨਸ ਮੈਰਿਸਟੋਮੈਟਿਕ ਟਿਸ਼ੂਜ਼ ਤੇ ਸਥਾਈ ਟਿਸ਼ੂ ਮੀਨਸ ਪਰਮਾਨੈਂਟ ਟਿਸ਼ੂਜ਼। ਆਓ ਹੁਣ ਅਸਥਾਈ ਟਿਸ਼ੂ ਬਾਰੇ ਜਾਣੀਏ, ਮੀਨਸ ਮੈਰਿਸਟੋਮੈਟਿਕ ਟਿਸ਼ੂ ਔਰ ਮੈਰਿਸਟੈਮ। ਪਿਆਰੇ ਵਿਦਿਆਰਥੀਓ, ਮੈਰਿਸਟੋਮੈਟਿਕ ਵਰਡ ਗ੍ਰੀਕ ਵਰਡ ਤੋਂ ਲਿਆ ਗਿਆ। ਮੈਰਿਸਟੋਸ ਮੀਨਸ ਡਿਵਾਈਡਡ। ਇਹ ਟਿਸ਼ੂ ਮਲਟੀਪਲਾਈ ਹੋ ਕੇ ਨਵੇਂ ਸੈੱਲਾਂ ਦਾ ਨਿਰਮਾਣ ਕਰਦੇ ਹਨ, ਇਸ ਲਈ ਇਹਨਾਂ ਨੂੰ ਵਾਧਾ ਟਿਸ਼ੂ ਵੀ ਆਖਦੇ ਹਨ। ਇਹ ਪੌਦਿਆਂ ਦੀ ਹਰੇਕ ਵਾਧੇ ਵਾਲੀ ਥਾਂ ਤੇ ਪਾਏ ਜਾਂਦੇ ਹਨ, ਜਿਵੇਂ ਕਿ ਤਣਾ, ਜੜ੍ਹਾਂ ਅਤੇ ਟਾਹਣੀਆਂ ਦੇ ਸਿਖਰ ਤੇ। ਅਸਥਾਈ ਟਿਸ਼ੂ ਨੂੰ ਅਸੀਂ ਤਿੰਨ ਕੈਟਾਗਰੀ ਵਿੱਚ ਵੰਡਦੇ ਹਾਂ, ਐਪੀਕਲ, ਕੈਂਬੀਅਮ ਤੇ ਇੰਟਰਕਲੇਰੀ। ਐਪੀਕਲ ਟਿਸ਼ੂ ਬੇਸਿਕਲੀ ਇਹ ਪੌਦੇ ਦੇ ਵਧਣ ਵਾਲੇ ਜੜ ਅਤੇ ਤਣੇ ਦੇ ਸਿਰਿਆਂ ਤੇ ਹੁੰਦੇ ਹਨ, ਜਿਵੇਂ ਕਿ ਤੁਸੀਂ ਚਿੱਤਰ ਵਿੱਚ ਦੇਖ ਹੀ ਰਹੇ ਹੋ। ਇਸ ਚਿੱਤਰ ਦੇ ਵਿੱਚ ਐਪੀਕਲ ਪਾਰਟ ਉਹ ਪੌਦੇ ਦੇ ਵਧਣ ਵਾਲੇ ਮੀਨਸ ਸਭ ਤੋਂ ਟੌਪ ਮੋਸਟ ਪੋਜੀਸ਼ਨ ਤੇ ਹੈ। ਕੈਂਬੀਅਮ ਟਿਸ਼ੂ ਬੇਸਿਕਲੀ ਕੀ ਆ? ਇਹ ਪੌਦੇ ਦੇ ਬਾਰਕ ਦੇ ਹੇਠਾਂ ਹੁੰਦਾ ਹੈ ਅਤੇ ਇਹ ਜੜ ਅਤੇ ਤਣੇ ਦੀ ਮੋਟਾਈ ਵਿੱਚ ਵਾਧਾ ਕਰਨ ਲਈ ਸਹਾਈ ਹੁੰਦਾ ਹੈ। ਇੰਟਰਕਲੇਰੀ ਵਿਭਾਜਨ ਪੌਦਾ ਟਿਸ਼ੂ ਹੁੰਦਾ ਹੈ। ਇਹ ਵਿਭਾਜਨਯੋਗ ਟਿਸ਼ੂ ਪੌਦਿਆਂ ਅਤੇ ਟਾਹਣੀਆਂ ਦੀਆਂ ਪੋਰੀਆਂ ਦੇ ਥੱਲੇ ਹੁੰਦੇ ਹਨ, ਮੀਨਸ ਇੰਟਰਨੋਡਸ ਦੇ ਥੱਲੇ ਹੁੰਦੇ ਹਨ। ਤੋ ਪਿਆਰੇ ਵਿਦਿਆਰਥੀਓ, ਪੌਦੇ ਵਿੱਚ ਜਿਸ ਥਾਂ ਤੇ ਇਹ ਟਿਸ਼ੂ ਹੈ ਉਸ ਹਿਸਾਬ ਨਾਲ ਅਸੀਂ ਇਸ ਨੂੰ ਐਪੀਕਲ, ਲੇਟਰਲ ਅਤੇ ਇੰਟਰਕਲੇਰੀ ਮੀਨਸ ਅੰਤਰਵੇਸ਼ੀ ਕਹਿੰਦੇ ਹਾਂ, ਜਿਵੇਂ ਕਿ ਤੁਸੀਂ ਚਿੱਤਰ ਵਿੱਚ ਦੇਖ ਹੀ ਸਕਦੇ ਹੋ ਕਿ ਉਹ ਨੈਕਸਟ ਹੈ ਅਸਥਾਈ ਟਿਸ਼ੂ ਦੇ ਕੁਝ ਗੁਣ, ਮੀਨਸ ਕਰੈਕਟਰਿਸਟਿਕਸ ਆਫ ਮੈਰਿਸਟੋਮੈਟਿਕ ਟਿਸ਼ੂਜ਼। ਇਹਨਾਂ ਦੇ ਸੈੱਲ ਛੋਟੇ ਹੁੰਦੇ ਹਨ, ਸੈੱਲ ਕੰਧ ਬਹੁਤ ਪਤਲੀ ਹੁੰਦੀ ਹੈ, ਇਹਨਾਂ ਵਿੱਚ ਕੇਂਦਰਕ ਵੱਡਾ ਹੁੰਦਾ ਹੈ, ਰਸਦਾਨੀਆਂ ਨਹੀਂ ਹੁੰਦੀਆਂ ਹਨ, ਸੈੱਲ ਇੱਕ ਦੂਸਰੇ ਨਾਲ ਜੁੜੇ ਹੁੰਦੇ ਹਨ, ਮੀਨਸ ਇਹਨਾਂ ਵਿੱਚ ਇੰਟਰਸੈਲੂਲਰ ਸਪੇਸਿੰਗ ਬਹੁਤ ਘੱਟ ਹੁੰਦੀ ਹੈ। ਇਹ ਟਿਸ਼ੂ ਵਿਭਾਜਨ ਕਰਦੇ ਹਨ ਅਤੇ ਨਵੇਂ ਸੈੱਲਾਂ ਦਾ ਨਿਰਮਾਣ ਕਰਦੇ ਹਨ। ਹੁਣ ਤੱਕ ਅਸੀਂ ਇਹ ਪੜ੍ਹਿਆ ਕਿ ਮੈਰਿਸਟੋਮੈਟਿਕ ਟਿਸ਼ੂ ਵਿਭਾਜਨ ਕਰਦੇ ਹਨ ਅਤੇ ਨਵੇਂ ਸੈੱਲਾਂ ਦਾ ਨਿਰਮਾਣ ਕਰਦੇ ਹਨ। ਇਹ ਨਵੇਂ ਸੈੱਲ ਇੱਕ ਮੈਚਿਓਰ ਸਥਾਈ ਸੈੱਲ ਵਿੱਚ ਬਦਲ ਜਾਂਦੇ ਹਨ। ਹੁਣ ਸਾਡਾ ਨੈਕਸਟ ਟੌਪਿਕ ਹੈ ਸਥਾਈ ਟਿਸ਼ੂ ਮੀਨਸ ਪਰਮਾਨੈਂਟ ਟਿਸ਼ੂਜ਼। ਪਿਆਰੇ ਵਿਦਿਆਰਥੀਓ, ਇਹ ਨਾਨ ਡਿਵਾਈਡਡ ਅਤੇ ਸਪੈਸ਼ਲਾਈਜ਼ਡ ਟਿਸ਼ੂ ਹੁੰਦੇ ਹਨ। ਅਸਥਾਈ ਸੈੱਲਾਂ ਦੁਆਰਾ ਵਿਭਾਜਨ ਕਰਕੇ ਬਣਾਏ ਗਏ ਨਵੇਂ ਸੈੱਲਾਂ ਦੇ ਸਮੂਹ ਤੋਂ ਬਣਨ ਵਾਲੇ ਮੈਚਿਓਰ ਸੈੱਲਾਂ ਨੂੰ ਸਥਾਈ ਟਿਸ਼ੂ ਆਖਦੇ ਹਨ। ਇਹਨਾਂ ਟਿਸ਼ੂਆਂ ਵਿੱਚ ਫਿਰ ਮਲਟੀਪਲਾਈ ਕਰਨ ਦੀ ਐਬਿਲਿਟੀ ਨਹੀਂ ਹੁੰਦੀ, ਮੀਨਸ ਇਹ ਵਿਭਾਜਨ ਨਹੀਂ ਕਰ ਸਕਦੇ। ਬੇਸਿਕਲੀ ਇਹ ਇੱਕ ਸਥਾਈ ਆਕਾਰ ਲੈ ਲੈਂਦੇ ਹਨ ਅਤੇ ਇੱਕ ਖਾਸ ਕਾਰਜ ਕਰਦੇ ਹਨ। ਇਹ ਲਿਵਿੰਗ ਵੀ ਹੋ ਸਕਦੇ ਹਨ ਅਤੇ ਡੈਡ ਟਿਸ਼ੂਜ਼ ਵੀ ਹੋ ਸਕਦੇ ਹਨ। ਵਿਦਿਆਰਥੀਓ, ਕਾਰਜਾਂ ਦੇ ਆਧਾਰ ਤੇ ਪਰਮਾਨੈਂਟ ਟਿਸ਼ੂਜ਼ ਮੀਨਸ ਸਥਾਈ ਟਿਸ਼ੂ ਤਿੰਨ ਤਰ੍ਹਾਂ ਦੇ ਹੁੰਦੇ ਹਨ, ਪ੍ਰੋਟੈਕਟਿਵ ਟਿਸ਼ੂ, ਸਪੋਰਟਿੰਗ ਟਿਸ਼ੂ ਤੇ ਕੰਡਕਟਿੰਗ ਟਿਸ਼ੂ।
ਸੋ ਇਹ ਤਿੰਨ ਕੈਟਾਗਰੀਜ਼ ਵਿੱਚ ਅਸੀਂ ਸਥਾਈ ਟਿਸ਼ੂਜ਼ ਨੂੰ ਪੜਾਂਗੇ। ਪ੍ਰੋਟੈਕਟਿਵ ਟਿਸ਼ੂਜ਼ ਇਹ ਉਹ ਸੈੱਲਾਂ ਦਾ ਸਮੂਹ ਹੁੰਦਾ ਹੈ ਜਿਨ੍ਹਾਂ ਦੀ ਸੈੱਲ ਕੰਧ ਬਹੁਤ ਮੋਟੀ ਹੁੰਦੀ ਹੈ। ਇਹ ਜੜਾਂ, ਤਣੇ ਤੇ ਪੱਤਿਆਂ ਦੀ ਸਤ੍ਹਾ ਤੇ ਹੁੰਦੇ ਹਨ। ਫॉर एग्जांपल ਐਪੀਡਰਮਿਸ ਟਿਸ਼ੂ ਜੋ ਕਿ ਪੌਦਿਆਂ ਦੇ ਪੱਤਿਆਂ ਦੀ ਬਾਹਰੀ ਪਰਤ ਤੇ ਹੁੰਦੇ ਹਨ। ਇਹ ਇੱਕ ਵੈਕਸੀ ਵਾਟਰਪ੍ਰੂਫ ਮੀਨਸ ਮੋਮ ਵਰਗੀ ਜਲ ਪ੍ਰਤੀਰੋਧੀ ਤਹਿ ਬਣਾਉਂਦੇ ਹਨ। ਪੌਦੇ ਦੇ ਬਾਹਰੀ ਪਰਤ ਮੀਨਸ ਕਾਰਕ ਸੈੱਲ ਵਿੱਚ ਵੀ ਇੱਕ ਮੋਟੀ ਐਪੀਡਰਮਿਸ ਜਲ ਪ੍ਰਤੀਰੋਧੀ ਪਰਤ ਹੁੰਦੀ ਹੈ। ਇਸ ਤਹਿ ਦਾ ਕਾਰਜ ਕੀ ਹੁੰਦਾ ਹੈ ਬੱਚੋ? ਇਹ ਤਹਿ ਪੌਦੇ ਦੀ ਬਾਹਰੀ ਸਤ੍ਹਾ ਨੂੰ ਢੱਕ ਕੇ ਰੱਖਦੀ ਹੈ ਅਤੇ ਇਸ ਨੂੰ ਯੰਤਰਿਕ ਸੱਟ, ਪਰਜੀਵੀ ਉੱਲੀਆਂ ਦੇ ਹਮਲੇ ਅਤੇ ਪਾਣੀ ਦੀ ਹਾਨੀ ਤੋਂ ਬਚਾ ਕੇ ਰੱਖਦੀ ਹੈ। ਜ਼ਿਆਦਾਤਰ ਐਪੀਡਰਮਿਸ ਸੈੱਲ ਝਪਟੇ ਹੁੰਦੇ ਹਨ। ਇਹਨਾਂ ਦੀਆਂ ਬਾਹਰੀ ਕਿਨਾਰੇ ਵਾਲੀਆਂ ਭਿੱਤੀਆਂ ਅੰਦਰੂਨੀ ਭਿੱਤੀਆਂ ਤੋਂ ਮੋਟੀਆਂ ਹੁੰਦੀਆਂ ਹਨ। ਇਹ ਤਹਿ ਪੌਦੇ ਦੀ ਬਾਹਰੀ ਸਤ੍ਹਾ ਨੂੰ ਢੱਕ ਕੇ ਰੱਖਦੀ ਹੈ। ਪੱਤੇ ਦੇ ਐਪੀਡਰਮਿਸ ਵਿੱਚ ਛੋਟੇ-ਛੋਟੇ ਮੁਸਾਮ ਹੁੰਦੇ ਹਨ। ਇਹਨਾਂ ਮੁਸਾਮਾਂ ਨੂੰ ਸਟੋਮੈਟਾ ਆਖਦੇ ਹਨ। ਤੁਸੀਂ 7ਵੀਂ ਕਲਾਸ ਵਿੱਚ ਸਟੋਮੈਟਾ ਦੇ ਕਾਰਜ ਪੜ੍ਹੇ ਸੀ। ਬੇਸਿਕਲੀ ਸਟੋਮੈਟਾ ਦੋ ਗੁਰਦੇ ਦੇ ਆਕਾਰ ਵਰਗੇ ਸੈੱਲਾਂ ਨਾਲ ਘਿਰੇ ਹੁੰਦੇ ਹਨ ਜਿਨ੍ਹਾਂ ਨੂੰ ਗਾਰਡ ਸੈਲਜ਼ ਕਹਿੰਦੇ ਹਨ। ਸਟੋਮੈਟਾ ਬਾਹਰੀ ਵਾਤਾਵਰਣ ਨਾਲ ਗੈਸਾਂ ਦੀ ਅਦਲਾ ਬਦਲੀ ਲਈ ਜ਼ਰੂਰੀ ਹੁੰਦੇ ਹਨ। ਮੀਨਸ ਕਾਰਬਨ ਡਾਈਆਕਸਾਈਡ ਅਤੇ ਆਕਸੀਜਨ ਗੈਸ ਦਾ ਆਦਾਨ ਪ੍ਰਦਾਨ ਸਟੋਮੈਟਾ ਥਰੂ ਹੀ ਹੁੰਦਾ ਹੈ। ਵਾਸ਼ਪ ਉਤਸਰਜਨ ਮੀਨਸ ਟ੍ਰਾਂਸਪੀਰੇਸ਼ਨ ਵੀ ਸਟੋਮੈਟਾ ਦੁਆਰਾ ਹੀ ਹੁੰਦੀ ਹੈ। ਪਿਆਰੇ ਵਿਦਿਆਰਥੀਓ, ਸੈਕਿੰਡ ਹੈ ਸਪੋਰਟਿੰਗ ਟਿਸ਼ੂ। ਬੇਸਿਕਲੀ ਸਪੋਰਟਿੰਗ ਟਿਸ਼ੂਜ਼ ਅਨੇਕਾਂ ਪ੍ਰਕਾਰ ਦੇ ਹੁੰਦੇ ਹਨ। ਇਹਨਾਂ ਵਿੱਚੋਂ ਬਹੁਤ ਜ਼ਿਆਦਾ ਇੰਪੋਰਟੈਂਟ ਟਿਸ਼ੂਜ਼ ਤਿੰਨ ਹਨ। ਕਿਹੜੇ? ਪੈਰੇਨਕਾਈਮਾ, ਕੋਲੇਨਕਾਈਮਾ, ਸੈਕਲੇਰਨਕਾਈਮਾ। ਆਓ ਇਹਨਾਂ ਬਾਰੇ ਜਾਣੀਏ। ਪਿਆਰੇ ਵਿਦਿਆਰਥੀਓ, ਫਰਸਟ ਸਪੋਰਟਿੰਗ ਟਿਸ਼ੂ ਹੈ, ਸਥਾਈ ਟਿਸ਼ੂਜ਼ ਦੀ ਕੈਟਾਗਰੀ ਹੈ। ਪੈਰੇਨਕਾਈਮਾ ਟਿਸ਼ੂ ਇਹ ਲਾਰਜ ਟਿਸ਼ੂ ਹੁੰਦੇ ਹਨ ਜਿਨ੍ਹਾਂ ਦੀ ਸੈੱਲ ਕੰਧ ਪਤਲੀ ਹੁੰਦੀ ਹੈ। ਇਹਨਾਂ ਵਿੱਚ ਇੱਕ ਵੱਡੀ ਰਸਦਾਨੀ ਹੁੰਦੀ ਹੈ। ਇਹ ਆਮ ਤੌਰ ਤੇ ਖੁੱਲੇ ਪੈ ਹੁੰਦੇ ਹਨ ਅਤੇ ਇਹਨਾਂ ਵਿਚਕਾਰ ਕਾਫੀ ਖਾਲੀ ਜਗ੍ਹਾ ਹੁੰਦੀ ਹੈ। ਮੀਨਸ ਦੇ ਹੈਵ ਇੰਟਰਸੈਲੂਲਰ ਸਪੇਸਿੰਗ, ਜੋ ਕਿ ਤੁਸੀਂ ਚਿੱਤਰ ਵਿੱਚ ਜੋ ਤੁਹਾਡੀ ਸਕਰੀਨ ਉੱਪਰ ਫਲੈਸ਼ ਹੋ ਰਿਹਾ ਉਸ ਵਿੱਚ ਦੇਖ ਸਕਦੇ ਹੋ ਕਿ ਇਹਨਾਂ ਵਿੱਚ ਖਾਲੀ ਜਗ੍ਹਾ ਹੁੰਦੀ ਹੈ ਤੇ ਬਹੁਤ ਵੱਡੀ ਰਸਦਾਨੀ ਪ੍ਰੈਜ਼ੈਂਟ ਹੁੰਦੀ ਹੈ। ਬੇਸਿਕਲੀ ਇਹ ਪੌਦੇ ਨੂੰ ਮਜ਼ਬੂਤੀ ਪ੍ਰਦਾਨ ਕਰਦੇ ਹਨ। ਇਸ ਵਿੱਚ ਭੋਜਨ ਵੀ ਜਮ੍ਹਾਂ ਰਹਿੰਦਾ ਹੈ। ਉਦਾਹਰਨ ਦੇ ਤੌਰ ਤੇ ਆਲੂ ਵਿੱਚ ਬੱਚੇ ਰਸਦਾਨੀ ਛੋਟੀ ਹੁੰਦੀ ਹੈ ਪਰ ਇਹਨਾਂ ਵਿੱਚ ਸਟਾਰਚ ਦੇ ਰੂਪ ਵਿੱਚ ਭੋਜਨ ਜਮ੍ਹਾਂ ਰਹਿੰਦਾ ਹੈ, ਜੋ ਕਿ ਤੁਸੀਂ ਚਿੱਤਰ ਵਿੱਚ ਦੇਖ ਸਕਦੇ ਹੋ। ਇਹਨਾਂ ਨੂੰ ਅਸੀਂ ਗ੍ਰੈਨੂਲੀਜ਼ ਆਫ ਸਟਾਰਚ ਆਖਦੇ ਹਾਂ। ਮੀਨਸ ਭੋਜਨ ਪੋਟੈਟੋਸ ਦੇ ਵਿੱਚ ਸਟਾਰਚ ਦੇ ਰੂਪ ਵਿੱਚ ਜਮ੍ਹਾਂ ਹੁੰਦਾ ਹੈ, ਉਹਨਾਂ ਨੂੰ ਅਸੀਂ ਗ੍ਰੈਨੂਲੀਜ਼ ਆਫ ਸਟਾਰਚ ਆਖਦੇ ਹਾਂ। ਪਿਆਰੇ ਵਿਦਿਆਰਥੀਓ, ਕਈ ਵਾਰ ਇਹਨਾਂ ਵਿੱਚ ਖਾਸ ਤੌਰ ਤੇ ਪੱਤਿਆਂ ਵਿੱਚ ਕਲੋਰੋਪਲਾਸਟ ਵੀ ਹੁੰਦੀ ਹੈ। ਮੀਨਸ ਇਹਨਾਂ ਵਿੱਚ ਗ੍ਰੀਨ ਪਿਗਮੈਂਟਸ ਹੁੰਦੇ ਹਨ ਜਿਨ੍ਹਾਂ ਨੂੰ ਅਸੀਂ ਕਲੋਰੋਫਿਲ ਆਖਦੇ ਹਾਂ। ਇਸ ਸਥਿਤੀ ਵਿੱਚ ਇਸ ਨੂੰ ਕਲੋਰਨਕਾਈਮਾ ਆਖਦੇ ਹਾਂ। ਕਲੋਰਨ ਵਰਡ ਬੱਚੇ ਕਲੋਰਸ ਵਰਡ ਤੋਂ ਆਇਆ, ਮੀਨਸ ਗ੍ਰੀਨ ਪਿਗਮੈਂਟਸ। ਇਸੇ ਤਰ੍ਹਾਂ ਜਲੀ ਪੌਦਿਆਂ ਵਿੱਚ ਪੈਰੇਨਕਾਈਮਾ ਟਿਸ਼ੂ ਵਿੱਚ ਵੱਡੀਆਂ ਹਵਾ ਭਰੀਆਂ ਥਾਵਾਂ ਹੁੰਦੀਆਂ ਹਨ ਜੋ ਪੌਦਿਆਂ ਨੂੰ ਹਲਕਾ ਰੱਖਦੀਆਂ ਹਨ ਅਤੇ ਉਛਾਲ ਬਲ ਦਿੰਦੀਆਂ ਹਨ, ਜਿਸ ਨਾਲ ਪੌਦਿਆਂ ਨੂੰ ਤੈਰਨ ਵਿੱਚ ਮਦਦ ਮਿਲਦੀ ਹੈ। ਇਸ ਨੂੰ ਏਰਨਕਾਈਮਾ ਆਖਦੇ ਹਨ। ਸੈਕਿੰਡ ਸਪੋਰਟਿੰਗ ਟਿਸ਼ੂ ਹੈ ਕੋਲੇਨਕਾਈਮਾ। ਕੋਲਨ ਦਾ ਮਤਲਬ ਹੁੰਦਾ ਗਲੂ। ਸੋ ਜੇ ਅਸੀਂ ਆਸਾਨ ਭਾਸ਼ਾ ਵਿੱਚ ਕਹੀਏ ਤਾਂ ਪੌਦਿਆਂ ਵਿੱਚ ਲਚੀਲੇਪਨ ਦਾ ਗੁਣ ਕੋਲੇਨਕਾਈਮਾ ਟਿਸ਼ੂ ਕਰਕੇ ਹੁੰਦਾ ਹੈ। ਇਹ ਪੌਦੇ ਵਿੱਚ ਖਾਸ ਕਰਕੇ ਪੱਤਿਆਂ ਅਤੇ ਤਣੇ ਨੂੰ
ਬਿਨਾਂ ਟੁੱਟੇ ਆਸਾਨੀ ਨਾਲ ਝੁਕਣ ਵਿੱਚ ਸਹਾਇਤਾ ਕਰਦੇ ਹਨ। ਇਹ ਪੌਦਿਆਂ ਨੂੰ ਯੰਤਰਿਕ ਮਜ਼ਬੂਤੀ ਵੀ ਪ੍ਰਦਾਨ ਕਰਦੇ ਹਨ। ਇਹ ਟਿਸ਼ੂ ਪੌਦਿਆਂ ਦੀਆਂ ਡੰਡੀਆਂ ਵਿੱਚ ਐਪੀਡਰਮਿਸ ਦੇ ਥੱਲੇ ਵੀ ਮਿਲਦਾ ਹੈ। ਇਸ ਟਿਸ਼ੂ ਦੇ ਸੈੱਲ ਜੀਵਤ, ਲੰਬੂਤਰੇ ਮੀਨਸ elongated ਅਤੇ ਕਿਤੇ-ਕਿਤੇ ਕਿਨਾਰਿਆਂ ਤੋਂ ਮੋਟੇ ਹੁੰਦੇ ਹਨ। ਇਹਨਾਂ ਸੈੱਲਾਂ ਦੇ ਵਿਚਕਾਰ ਬਹੁਤ ਘੱਟ ਖਾਲੀ ਥਾਂ ਹੁੰਦੀ ਹੈ। ਤੁਸੀਂ ਕੋਲਨਕਾਈਮਾ ਦਾ ਲੌਂਗੀਟਿਊਡਨਲ ਵਿਊ ਅਤੇ ਕ੍ਰਾਸ ਸੈਕਸ਼ਨ ਵਿਊ ਆਪਣੀ ਸਕਰੀਨ ਉੱਤੇ ਦੇਖ ਸਕਦੇ ਹੋ ਕਿ ਇਹਨਾਂ ਵਿੱਚ ਸਪੇਸਿੰਗ ਬਹੁਤ ਘੱਟ ਹੈ। ਸੋ ਇਹ ਹਨ ਕੋਲਨਕਾਈਮਾ, ਜੋ ਕਿ ਪੱਤਿਆਂ ਅਤੇ ਟਹਿਣੀਆਂ ਨੂੰ ਲਚੀਲਾਪਨ ਪ੍ਰਦਾਨ ਕਰਦੀ ਹੈ। ਵਿਦਿਆਰਥੀਓ, ਸਪੋਰਟਿੰਗ ਟਿਸ਼ੂ ਦੀ ਥਰਡ ਟਾਈਪ ਹੈ ਬੱਚੇ ਸੈਕਲੇਰਨਕਾਈਮਾ। ਵਰਡ ਸੈਕਲੋਰਸ ਵਰਡ ਤੋਂ ਆਇਆ। ਇਸ ਦਾ ਮਤਲਬ ਹੁੰਦਾ ਹੈ ਹਾਰਡ। ਇਹ ਟਿਸ਼ੂ ਲੌਂਗ, ਨੈਰੋ ਅਤੇ ਥਿਕ ਸੈਲਸ ਤੋਂ ਬਣੇ ਹੁੰਦੇ ਹਨ, ਜੋ ਕਿ ਮ੍ਰਿਤਕ ਸੈੱਲ ਹੁੰਦੇ ਹਨ ਮੀਨਸ ਡੈਡ ਸੈਲਸ। ਇਹ ਇੱਕ ਮੋਟੀ ਕੰਧ ਦੀ ਤਰ੍ਹਾਂ ਹੁੰਦੇ ਹਨ, ਜੋ ਕਿ ਲਿਗਨਿਨ ਨਾਮ ਦੇ ਰਸਾਇਣਿਕ ਪਦਾਰਥ ਦੀ ਮੋਟੀ ਪਰਤ ਜੰਮਣ ਤੇ ਬਣਦਾ ਹੈ। ਇਹ ਪੌਦੇ ਨੂੰ ਮਜ਼ਬੂਤੀ ਪ੍ਰਦਾਨ ਕਰਦੇ ਹਨ। ਇਹ ਜ਼ਿਆਦਾਤਰ ਪੌਦੇ ਦੇ ਤਣੇ ਅਤੇ ਪੱਤਿਆਂ ਦੀਆਂ ਸ਼ਿਰਾਵਾਂ ਵਿੱਚ ਪਾਏ ਜਾਂਦੇ ਹਨ। ਪਿਆਰੇ ਵਿਦਿਆਰਥੀਓ, ਸੈਕਲੇਰਨਕਾਈਮਾ ਦੀ ਸ਼ੇਪ ਦਾ ਲੌਂਗੀਟਿਊਡਨਲ ਸੈਕਸ਼ਨ ਤੇ ਕਾਟਵਾ ਸੈਕਸ਼ਨ ਤੁਸੀਂ ਆਪਣੀ ਸਕਰੀਨ ਉੱਪਰ ਦੇਖ ਸਕਦੇ ਹੋ। ਫਸਟ ਸ਼ੇਪ ਜੋ A ਸ਼ੇਪ ਹੈ ਉਹ ਲੌਂਗੀਟਿਊਡਨਲ ਸੈਕਸ਼ਨ ਹੈ, ਜੋ B ਇਮੇਜ ਹੈ ਉਹ ਕ੍ਰਾਸ ਸੈਕਸ਼ਨ ਹੈ। ਸੋ ਪਿਆਰੇ ਵਿਦਿਆਰਥੀਓ, ਅਸੀਂ ਹੁਣ ਤੱਕ ਪ੍ਰੋਟੈਕਟਿਵ ਟਿਸ਼ੂਜ਼ ਮੀਨਸ ਰੱਖਿਆਤਮਕ ਟਿਸ਼ੂਜ਼ ਬਾਰੇ ਪੜ੍ਹਿਆ ਤੇ ਸਪੋਰਟਿੰਗ ਟਿਸ਼ੂਜ਼ ਬਾਰੇ ਪੜ੍ਹਿਆ ਤੇ ਉਹਨਾਂ ਦੀਆਂ ਕੈਟਾਗਰੀਜ਼ ਬਾਰੇ ਪੜ੍ਹਿਆ ਕਿ ਸਪੋਰਟਿੰਗ ਟਿਸ਼ੂ ਮੇਨਲੀ 3 ਤਰ੍ਹਾਂ ਦੇ ਹੁੰਦੇ ਹਨ: ਪੈਰਨਕਾਈਮਾ, ਕੋਲਨਕਾਈਮਾ ਤੇ ਸੈਕਲੇਰਨਕਾਈਮਾ। ਇਹ ਤਿੰਨੋਂ ਪਰਮਾਨੈਂਟ ਟਿਸ਼ੂਜ਼ ਸਿੰਪਲ ਟਿਸ਼ੂਜ਼ ਹੁੰਦੇ ਹਨ ਮੀਨਸ ਸਰਲ ਸਥਾਈ ਟਿਸ਼ੂਜ਼। ਇਹਨਾਂ ਨੂੰ ਸਰਲ ਸਥਾਈ ਟਿਸ਼ੂ ਇਸ ਲਈ ਆਖਦੇ ਹਨ ਕਿਉਂਕਿ ਇਹ ਸਾਰੇ ਇੱਕ ਹੀ ਤਰ੍ਹਾਂ ਦੇ ਸੈੱਲਾਂ ਤੋਂ ਬਣੇ ਹੁੰਦੇ ਹਨ। ਵਿਦਿਆਰਥੀਓ, ਸਥਾਈ ਟਿਸ਼ੂਜ਼ ਦੀ ਥਰਡ ਕੈਟਾਗਰੀ ਹੈ ਕੰਡਕਟਿੰਗ ਟਿਸ਼ੂਜ਼ ਮੀਨਸ ਵਹਿਣੀ ਟਿਸ਼ੂ। ਆਓ ਇਹਨਾਂ ਬਾਰੇ ਜਾਣਦੇ ਹਾਂ ਕਿ ਕੀ ਇਹ ਵੀ ਸਰਲ ਸਥਾਈ ਟਿਸ਼ੂ ਹੁੰਦੇ ਹਨ ਜਾਂ ਫਿਰ ਗੁੰਝਲਦਾਰ ਸਥਾਈ ਟਿਸ਼ੂਜ਼ ਮੀਨਸ ਕੰਪਲੈਕਸ ਟਿਸ਼ੂਜ਼। ਆਓ ਇਹਨਾਂ ਬਾਰੇ ਜਾਣਦੇ ਹਾਂ ਤੇ ਇਹਨਾਂ ਦੇ ਕਾਰਜਾਂ ਬਾਰੇ ਵੀ ਸਮਝਦੇ ਹਾਂ। ਸੋ ਲਾਸਟ ਸਥਾਈ ਟਿਸ਼ੂਜ਼ ਹਨ ਕੰਡਕਟਿੰਗ ਟਿਸ਼ੂਜ਼ ਮੀਨਸ ਵਹਿਣੀ ਟਿਸ਼ੂ। ਵਿਦਿਆਰਥੀਓ, ਇਹ ਇੱਕ ਤਰ੍ਹਾਂ ਦੇ ਵੈਸਕੂਲਰ ਟਿਸ਼ੂਜ਼ ਹੁੰਦੇ ਹਨ ਜੋ ਪਾਣੀ ਅਤੇ ਘੁਲੇ ਹੋਏ ਖਣਿਜ ਪਦਾਰਥਾਂ ਨੂੰ ਪੌਦਿਆਂ ਵਿੱਚ ਉੱਪਰ ਥੱਲੇ ਲੈ ਕੇ ਜਾਣ ਦਾ ਕੰਮ ਕਰਦੇ ਹਨ। ਵਹਿਣੀ ਟਿਸ਼ੂ 2 ਤਰ੍ਹਾਂ ਦੇ ਹੁੰਦੇ ਹਨ: ਜ਼ਾਈਲਮ ਟਿਸ਼ੂਜ਼ ਤੇ ਫਲੋਇਮ ਟਿਸ਼ੂਜ਼। ਇਹਨਾਂ ਬਾਰੇ ਤੁਸੀਂ 8ਵੀਂ ਕਲਾਸ ਵਿੱਚ ਵੀ ਪੜ੍ਹ ਕੇ ਆਏ ਹੋ। ਜ਼ਾਈਲਮ ਟਿਸ਼ੂ ਇਹ ਮੋਟੀ ਕੰਧ ਵਾਲੇ ਸੈੱਲਾਂ ਦਾ ਸਮੂਹ ਹੁੰਦਾ ਹੈ। ਇਹ ਆਮ ਤੌਰ ਤੇ ਮ੍ਰਿਤਕ ਸੈੱਲ ਮੀਨਸ ਡੈਡ ਸੈਲਸ ਹੁੰਦੇ ਹਨ। ਇਹਨਾਂ ਦਾ ਕਾਰਜ ਪਾਣੀ ਅਤੇ ਮਿੱਟੀ ਵਿੱਚ ਖਣਿਜ ਪਦਾਰਥਾਂ ਨੂੰ ਜੜ੍ਹਾਂ ਰਾਹੀਂ ਸੋਖ ਕੇ ਪੌਦੇ ਦੇ ਹੋਰ ਭਾਗਾਂ ਵਿੱਚ ਪਹੁੰਚਾਉਣ ਦਾ ਹੁੰਦਾ ਹੈ। ਜ਼ਾਈਲਮ ਟਿਸ਼ੂਜ਼ ਵਿੱਚ ਟ੍ਰੈਕਿਡੀਜ਼, ਵੈਸਿਲਸ ਤੇ ਜ਼ਾਈਲਮ ਪੈਰਨਕਾਈਮਾ ਹੁੰਦੇ ਹਨ। ਟ੍ਰੈਕਿਡੀਜ਼ ਇੱਕ ਲੰਬੂਤਰੇ ਮ੍ਰਿਤਕ ਸੈੱਲ ਹੁੰਦੇ ਹਨ ਜਿਨ੍ਹਾਂ ਦੀਆਂ ਕੈਵਿਟੀਜ਼ ਵੱਡੀਆਂ ਹੁੰਦੀਆਂ ਹਨ ਅਤੇ ਇਹਨਾਂ ਵਿੱਚ ਕੁਝ ਨਹੀਂ ਹੁੰਦਾ। ਇਹਨਾਂ ਦਾ ਕੰਮ ਮਕੈਨੀਕਲ ਸਪੋਰਟ ਦੇਣਾ ਹੁੰਦਾ ਹੈ। ਇਸ ਦਾ ਚਿੱਤਰ ਤੁਸੀਂ ਆਪਣੀ ਸਕਰੀਨ ਉੱਪਰ ਦੇਖ ਸਕਦੇ ਹੋ। ਉਸ ਤੋਂ ਬਾਅਦ ਹੈ ਵੈਸਿਲਸ। ਵੈਸਿਲਸ ਇਹ ਲੰਬੇ ਇੱਕ ਟਿਊਬ ਦੀ ਸ਼ਕਲ ਵਰਗੇ ਹੁੰਦੇ ਹਨ ਜੋ ਕਿ ਪਾਣੀ ਅਤੇ ਘੁਲੇ ਹੋਏ ਖਣਿਜਾਂ ਨੂੰ ਢੋਣ ਦਾ ਕੰਮ ਕਰਦੇ ਹਨ। ਤੇ ਲਾਸਟ ਹੈ ਜ਼ਾਈਲਮ ਪੈਰਨਕਾਈਮਾ। ਇਹਨਾਂ ਵਿੱਚ ਭੋਜਨ ਜਮਾ ਰਹਿੰਦਾ ਹੈ ਅਤੇ ਇਹ ਪਾਣੀ ਨੂੰ ਕਿਨਾਰਿਆਂ ਵੱਲ ਲੈ ਕੇ ਜਾਣ ਦਾ ਕੰਮ ਕਰਦੇ ਹਨ। ਵਿਦਿਆਰਥੀਓ, ਸੈਕਿੰਡ ਟਾਈਪ ਦੇ ਕੰਡਕਟਿੰਗ ਟਿਸ਼ੂ ਹੁੰਦੇ ਆ ਫਲੋਇਮ ਟਿਸ਼ੂਜ਼। ਐਕਚੁਅਲੀ ਫਲੋਇਮ ਵਰਡ ਫਿਲੋਸ ਵਰਡ ਤੋਂ ਆਇਆ ਮੀਨਸ ਬਾਰਕ। ਜੇ ਫਲੋਇਮ ਟਿਸ਼ੂਜ਼ ਦੇ ਕਾਰਜਾਂ ਦੀ ਗੱਲ ਕਰੀਏ ਤਾਂ ਇਹ ਜ਼ਾਈਲਮ ਟਿਸ਼ੂਜ਼ ਦੇ ਉਲਟ ਦੋਵੇਂ ਦਿਸ਼ਾਵਾਂ ਵਿੱਚ ਪਦਾਰਥਾਂ ਦੀ ਗਤੀ ਕਰ ਸਕਦਾ ਹੈ। ਫਲੋਇਮ ਪੱਤਿਆਂ ਤੋਂ
ਭੋਜਨ ਨੂੰ ਪੌਦੇ ਦੇ ਭਿੰਨ-ਭਿੰਨ ਭਾਗਾਂ ਤੱਕ ਪਹੁੰਚਾਉਂਦਾ ਹੈ। ਇਹ ਪਹਿਲਾਂ ਹੀ ਬਣੇ ਹੋਏ ਭੋਜਨ ਨੂੰ ਨਵੇਂ ਪੱਤਿਆਂ ਤੱਕ ਉੱਪਰ ਵੱਲ ਵੀ ਪਹੁੰਚਾਉਣ ਦਾ ਕੰਮ ਕਰਦਾ ਹੈ। ਫਰਦਰ ਫਲੋਐਮ 4 ਭਾਗਾਂ ਦਾ ਬਣਿਆ ਹੁੰਦਾ ਹੈ। ਸੀਵ ਟਿਊਬਸ, ਸੈਹ ਸੈਲਸ ਮੀਨਸ ਕੰਪੈਨੀਅਨ ਸੈਲਸ, ਫਲੋਐਮ ਰੇਸ਼ੇ ਮੀਨਸ ਫਲੋਐਮ ਫਾਈਬਰ, ਫਲੋਐਮ ਪੈਰਨਕਾਈਮਾ। ਫਲੋਐਮ ਰੇਸ਼ਿਆਂ ਤੋਂ ਇਲਾਵਾ ਬਾਕੀ ਸਾਰੇ ਭਾਗਾਂ ਦੇ ਸੈੱਲ ਜੀਵਿਤ ਹੁੰਦੇ ਹਨ। ਮੀਨਸ ਸੀਵ ਟਿਊਬਸ, ਸੈਹ ਸੈਲਸ ਤੇ ਫਲੋਐਮ ਪੈਰਨਕਾਈਮਾ ਇਹ ਜੀਵਿਤ ਸੈੱਲ ਹੁੰਦੇ ਹਨ। ਸੀਵ ਟਿਊਬਸ ਟਿਊਬਲਰ ਬਣਤਰ ਦੇ ਹੁੰਦੇ ਹਨ ਜੋ ਕਿ ਲੰਬੂਤਰੇ ਪਤਲੀ ਸੈੱਲ ਕੰਧ ਵਾਲੇ ਸੈੱਲਾਂ ਤੋਂ ਬਣੇ ਹੁੰਦੇ ਹਨ। ਸੀਵ ਟਿਊਬ ਸੈੱਲਾਂ ਦੀਆਂ ਸਿਰੇ ਵਾਲੀਆਂ ਕੰਧਾਂ ਤੇ ਛੋਟੇ-ਛੋਟੇ ਛੇਕ ਹੁੰਦੇ ਹਨ ਜਿਨ੍ਹਾਂ ਨੂੰ ਸੀ ਪਲੇਟਸ ਆਖਦੇ ਹਾਂ, ਜੋ ਕਿ ਤੁਸੀਂ ਸਕਰੀਨ ਉੱਪਰ ਇਮੇਜ ਵਿੱਚ ਦੇਖ ਸਕਦੇ ਹੋ। ਸੈਹ ਸੈੱਲਾਂ ਵਿੱਚ ਸੰਘਣਾ ਦਰਵ ਹੁੰਦਾ ਹੈ ਅਤੇ ਪ੍ਰੋਮੀਨੈਂਟ ਨਿਊਕਲੀਅਸ ਹੁੰਦਾ ਹੈ। ਅਸਲ ਵਿੱਚ ਸੀਵ ਟਿਊਬਸ ਤੇ ਸੈਹ ਸੈਲਸ ਦੋਨਾਂ ਨੂੰ ਅਸੀਂ ਸਿਸਟਰ ਸੈਲਸ ਆਖਦੇ ਹਾਂ ਕਿਉਂਕਿ ਇਹ ਇੱਕ ਹੀ ਮਦਰ ਸੈੱਲ ਤੋਂ ਓਰੀਜਿਨੇਟ ਹੁੰਦੇ ਹਨ। ਫਲੋਐਮ ਰੇਸ਼ੇ ਇਹ ਮ੍ਰਿਤਿਕ ਸੈੱਲ ਹੁੰਦੇ ਹਨ ਅਤੇ ਇਹਨਾਂ ਦਾ ਕੰਮ ਟ੍ਰੈਕਿਡੀਜ਼ ਵਾਂਗ ਮਕੈਨੀਕਲ ਸਪੋਰਟ ਦੇਣਾ ਹੁੰਦਾ ਹੈ। ਫਲੋਐਮ ਪੈਰਨਕਾਈਮਾ ਦਾ ਕੰਮ ਭੋਜਨ ਭੰਡਾਰਨ ਹੁੰਦਾ ਹੈ। ਹੁਣ ਅਸੀਂ ਜ਼ਾਈਲਮ ਟਿਸ਼ੂਜ਼ ਅਤੇ ਫਲੋਐਮ ਟਿਸ਼ੂ ਦੇ ਵਿਚਕਾਰ ਅੰਤਰ ਸਪਸ਼ਟ ਕਰਾਂਗੇ। ਇਸ ਦਾ ਆਨਸਰ ਤੁਸੀਂ ਵੀ ਦੇ ਸਕਦੇ ਹੋ। ਪਹਿਲੀ ਪ੍ਰਾਪਰਟੀ ਹੈ ਸੈੱਲ। ਜ਼ਾਈਲਮ ਟਿਸ਼ੂਜ਼ ਦੇ ਵਿੱਚ ਮ੍ਰਿਤਿਕ ਸੈੱਲ ਹੁੰਦੇ ਹਨ ਜਦਕਿ ਫਲੋਐਮ ਟਿਸ਼ੂਜ਼ ਦੇ ਵਿੱਚ ਜੀਵਿਤ ਸੈੱਲ ਹੁੰਦੇ ਹਨ। ਜ਼ਾਈਲਮ ਟਿਸ਼ੂਜ਼ ਦੇ ਵਿੱਚ ਸੈੱਲ ਦਰਵ ਨਹੀਂ ਹੁੰਦਾ ਜਦਕਿ ਫਲੋਐਮ ਟਿਸ਼ੂਜ਼ ਦੇ ਵਿੱਚ ਸੈੱਲ ਦਰਵ ਹੁੰਦਾ ਹੈ। ਜ਼ਾਈਲਮ ਟਿਸ਼ੂਜ਼ ਦਾ ਕੰਮ ਪਾਣੀ ਅਤੇ ਖਣਿਜਾਂ ਦੀ ਢੋਆ ਢੁਆਈ ਹੁੰਦਾ ਹੈ ਜਦੋਂ ਕਿ ਫਲੋਐਮ ਟਿਸ਼ੂ ਦਾ ਕੰਮ ਭੋਜਨ ਦੀ ਢੋਆ ਢੁਆਈ ਹੁੰਦਾ ਹੈ। ਢੋਆ ਢੁਆਈ ਦੀ ਦਿਸ਼ਾ ਦੀ ਗੱਲ ਕਰੀਏ ਤਾਂ ਜ਼ਾਈਲਮ ਟਿਸ਼ੂਜ਼ ਇੱਕ ਪਾਸੇ ਵੱਲ ਢੋਆ ਢੁਆਈ ਕਰਦੇ ਹਨ ਮੀਨਸ ਉੱਪਰ ਵੱਲ, ਤੇ ਫਲੋਐਮ ਟਿਸ਼ੂਜ਼ ਦੋਨੋਂ ਪਾਸੇ ਢੋਆ ਢੁਆਈ ਕਰ ਸਕਦੇ ਹਨ ਮੀਨਸ ਉੱਪਰ ਤੋਂ ਥੱਲੇ ਵੱਲ ਤੇ ਥੱਲੇ ਤੋਂ ਉੱਪਰ ਵੱਲ ਵੀ। ਸੋ ਇਹ ਸੀ ਪਿਆਰੇ ਵਿਦਿਆਰਥੀਓ ਜ਼ਾਈਲਮ ਅਤੇ ਫਲੋਐਮ ਟਿਸ਼ੂ ਦੇ ਵਿਚਕਾਰ ਅੰਤਰ। ਬਹੁਤ ਇੰਪੋਰਟੈਂਟ ਕੁਐਸਚਨ ਹੈ, ਤੁਹਾਨੂੰ ਪੇਪਰ ਦੇ ਵਿੱਚ ਆ ਸਕਦਾ। ਸੋ ਇਸ ਨੂੰ ਆਪਣੀ ਕਾਪੀਜ਼ ਤੇ ਨੋਟ ਕਰੋ। ਸੋ ਅਸੀਂ ਕੰਡਕਟਿੰਗ ਟਿਸ਼ੂਜ਼ ਮੀਨਸ ਵਹਿਣੀ ਟਿਸ਼ੂ ਬਾਰੇ ਪੜਿਆ ਜਿਸ ਵਿੱਚ ਇਹ ਦੋ ਤਰ੍ਹਾਂ ਦੇ ਸੀ, ਜ਼ਾਈਲਮ ਅਤੇ ਫਲੋਐਮ। ਅਸੀਂ ਇਹਨਾਂ ਦੋਨਾਂ ਨੂੰ ਵੈਸਕੂਲਰ ਬੰਡਲਸ ਆਖਦੇ ਹਾਂ। ਪੱਤਿਆਂ ਦੀਆਂ ਸ਼ਿਰਾਵਾਂ ਇਹਨਾਂ ਵੈਸਕੂਲਰ ਬੰਡਲਸ ਦੀਆਂ ਉਦਾਹਰਨਾਂ ਹਨ ਜਿਨ੍ਹਾਂ ਦਾ ਕੰਮ ਭੋਜਨ ਅਤੇ ਪਾਣੀ ਦੀ ਢੋਆ ਢੁਆਈ ਹੁੰਦਾ ਹੈ। ਇਹ ਦੋਵੇਂ ਵਹਿਣੀ ਟਿਸ਼ੂ ਵਿੱਚ ਆਉਂਦੇ ਹਨ ਅਤੇ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਹ ਦੋਵੇਂ ਗੁੰਝਲਦਾਰ ਟਿਸ਼ੂ ਹੁੰਦੇ ਹਨ ਮੀਨਸ ਕੰਪਲੈਕਸ ਟਿਸ਼ੂਜ਼, ਕਿਉਂਕਿ ਇਹ ਇੱਕ ਤੋਂ ਜ਼ਿਆਦਾ ਤਰ੍ਹਾਂ ਦੇ ਸੈੱਲਾਂ ਤੋਂ ਬਣੇ ਹੁੰਦੇ ਹਨ ਜੋ ਕਿ ਇੱਕ ਸਮੂਹ ਬਣਾ ਕੇ ਕੰਮ ਕਰਦੇ ਹਨ। ਦੂਸਰੇ ਪਾਸੇ ਪੈਰਨਕਾਈਮਾ, ਕੋਲਨਕਾਈਮਾ ਅਤੇ ਸੈਕਲੇਰਨਕਾਈਮਾ ਇਹ ਇੱਕ ਤਰ੍ਹਾਂ ਦੇ ਸੈੱਲਾਂ ਦੇ ਸਮੂਹ ਤੋਂ ਬਣਦੇ ਹਨ। ਸੋ ਪਿਆਰੇ ਵਿਦਿਆਰਥੀਓ ਅਸੀਂ ਟਿਸ਼ੂਜ਼ ਬਾਰੇ ਪੜਿਆ ਕਿ ਇਹ ਇੱਕ ਤਰ੍ਹਾਂ ਦੇ ਸੈੱਲਾਂ ਦੇ ਸਮੂਹ ਤੋਂ ਬਣਦੇ ਹਨ ਜੋ ਕਿ ਇੱਕ ਖਾਸ ਕੰਮ ਕਰਦੇ ਹਨ। ਮੀਨਸ ਟਿਸ਼ੂਜ਼ ਆਰ ਦੀ ਗਰੁੱਪ ਆਫ ਸਿਮਿਲਰ ਸੈਲਸ ਪਰਫਾਰਮ ਕਾਮਨ ਸਪੈਸ਼ਲਾਈਜ਼ਡ ਫੰਕਸ਼ਨ। ਫਰਦਰ ਅਸੀਂ ਟਿਸ਼ੂਜ਼ ਨੂੰ ਦੋ ਭਾਗਾਂ ਵਿੱਚ ਵੰਡਿਆ, ਪਲਾਂਟ ਟਿਸ਼ੂ ਅਤੇ ਐਨੀਮਲ ਟਿਸ਼ੂ। ਉਸ ਤੋਂ ਬਾਅਦ ਅਸੀਂ ਸੈੱਲਾਂ ਦੀ ਵੰਡ ਦੀ ਸਮਰੱਥਾ ਦੇ ਆਧਾਰ ਤੇ ਪੌਦਾ ਟਿਸ਼ੂਆਂ ਨੂੰ ਦੋ ਭਾਗਾਂ ਵਿੱਚ ਵੰਡਿਆ, ਮੈਰਿਸਟੋਮੈਟਿਕ ਟਿਸ਼ੂ ਤੇ ਪਰਮਾਨੈਂਟ ਟਿਸ਼ੂ। ਮੈਰਿਸਟੋਮੈਟਿਕ ਟਿਸ਼ੂ ਮੀਨਸ ਅਸਥਾਈ ਟਿਸ਼ੂ ਤੇ ਪਰਮਾਨੈਂਟ ਟਿਸ਼ੂ ਮੀਨਸ ਸਥਾਈ ਟਿਸ਼ੂ। ਮੈਰਿਸਟੋਮੈਟਿਕ ਟਿਸ਼ੂ ਬਾਰੇ ਅਸੀਂ ਕੀ ਪੜਿਆ? ਜੀ ਹਾਂ, ਬਿਲਕੁਲ ਤੁਸੀਂ ਠੀਕ ਸੋਚਿਆ। ਇਹ ਉਹ ਟਿਸ਼ੂ ਹੁੰਦੇ ਹਨ ਜਿਹੜੇ ਟਿਸ਼ੂ ਮਲਟੀਪਲਾਈ ਹੋ ਕੇ ਨਵੇਂ ਸੈੱਲਾਂ ਦਾ ਨਿਰਮਾਣ ਕਰਦੇ ਹਨ। ਮੈਂ ਪਹਿਲਾਂ ਹੀ ਦੱਸ ਕੇ ਹਟਿਆ ਕਿ ਇਹ ਉਹ ਟਿਸ਼ੂ ਹੁੰਦੇ ਹਨ ਜੋ ਮਲਟੀਪਲਾਈ ਹੋ ਕੇ ਨਵੇਂ ਸੈੱਲਾਂ ਦਾ ਨਿਰਮਾਣ ਕਰਦੇ ਹਨ। ਇਹ ਪੌਦਿਆਂ ਦੀ ਹਰੇਕ ਵਾਧੇ ਵਾਲੀ ਥਾਂ ਤੇ ਪਾਏ ਜਾਂਦੇ ਹਨ ਜਿਵੇਂ ਕਿ ਜੜ੍ਹਾਂ, ਤਣੇ ਅਤੇ ਟਾਹਣੀਆਂ ਦੇ ਸਿਖਰ ਤੇ। ਫਰਦਰ ਇਹਨਾਂ ਪੌਦਿਆਂ ਵਿੱਚ ਇਹਨਾਂ ਟਿਸ਼ੂ ਦੀ ਥਾਂ ਦੇ ਆਧਾਰ ਤੇ ਅਸੀਂ ਇਹਨਾਂ ਨੂੰ ਤਿੰਨ ਪਾਰਟ ਵਿੱਚ ਵੰਡਿਆ ਸੀ, ਐਪੀਕਲ,
ਲੇਟਰਲ ਅਤੇ ਇੰਟਰਕੈਲਰੀ ਮੀਨਸ ਸਿਖਰੀ ਅਸਥਾਈ ਟਿਸ਼ੂ, ਬਗਲੀ ਅਸਥਾਈ ਟਿਸ਼ੂ ਅਤੇ ਅੰਤਰਵੇਸ਼ੀ ਅਸਥਾਈ ਟਿਸ਼ੂ। ਫਿਰ ਅਸੀਂ ਅਸਥਾਈ ਟਿਸ਼ੂਜ਼ ਦੇ ਕਰੈਕਟਰਿਸਟਿਕਸ ਬਾਰੇ ਪੜ੍ਹਿਆ ਕਿ ਇਹਨਾਂ ਦੇ ਸੈੱਲ ਛੋਟੇ ਹੁੰਦੇ ਹਨ, ਸੈੱਲ ਕੰਧ ਪਤਲੀ ਹੁੰਦੀ ਹੈ, ਕੇਂਦਰਕ ਵੱਡਾ ਹੁੰਦਾ ਹੈ, ਰਸਦਾਨੀਆਂ ਨਹੀਂ ਹੁੰਦੀਆਂ ਹਨ। ਇਹਨਾਂ ਦੇ ਸੈੱਲ ਇੱਕ ਦੂਸਰੇ ਨਾਲ ਟਾਈਟਲੀ ਪੈਕਡ ਹੁੰਦੇ ਹਨ, ਮੀਨਸ ਇਹਨਾਂ ਵਿੱਚ ਇੰਟਰਸੈਲੂਲਰ ਸਪੇਸਿੰਗ ਬਹੁਤ ਘੱਟ ਹੁੰਦੀ ਹੈ। ਇਹ ਵਿਭਾਜਨ ਕਰਦੇ ਹਨ ਅਤੇ ਨਵੇਂ ਸੈੱਲਾਂ ਦਾ ਨਿਰਮਾਣ ਕਰਦੇ ਹਨ। ਸੋ ਇਹ ਨਵੇਂ ਬਣੇ ਸੈੱਲ ਇੱਕ ਮੈਚਿਓਰ ਸਥਾਈ ਸੈੱਲਾਂ ਵਿੱਚ ਬਦਲ ਜਾਂਦੇ ਹਨ, ਜਿਨ੍ਹਾਂ ਨੂੰ ਅਸੀਂ ਪਰਮਾਨੈਂਟ ਟਿਸ਼ੂ ਆਖਦੇ ਹਨ, ਮੀਨਸ ਸਥਾਈ ਟਿਸ਼ੂ। ਫਰਦਰ ਅਸੀਂ ਤੇ ਕਾਰਜਾਂ ਦੇ ਆਧਾਰ ਤੇ ਪਰਮਾਨੈਂਟ ਟਿਸ਼ੂ ਨੂੰ ਅਸੀਂ ਤਿੰਨ ਭਾਗਾਂ ਵਿੱਚ ਵੰਡਿਆ ਸੀ: ਪ੍ਰੋਟੈਕਟਿਵ ਟਿਸ਼ੂ, ਸਪੋਰਟਿੰਗ ਟਿਸ਼ੂ ਤੇ ਕੰਡਕਟਿੰਗ ਟਿਸ਼ੂ। ਪ੍ਰੋਟੈਕਟਿਵ ਟਿਸ਼ੂਜ਼ ਮੀਨਸ ਐਪੀਡਰਮਲ ਟਿਸ਼ੂਜ਼, ਸਪੋਰਟਿੰਗ ਟਿਸ਼ੂਜ਼ ਮੀਨ ਸਿੰਪਲ ਪਰਮਾਨੈਂਟ ਟਿਸ਼ੂ ਜੋ ਕਿ ਇੱਕ ਤਰ੍ਹਾਂ ਦੇ ਸੈੱਲਾਂ ਤੋਂ ਮਿਲ ਕੇ ਬਣਦੇ ਹਨ। ਇਹਨਾਂ ਨੂੰ ਫਰਦਰ ਅਸੀਂ ਤਿੰਨ ਭਾਗਾਂ ਵਿੱਚ ਵੰਡਿਆ: ਪੈਰਨਕਾਈਮਾ, ਕੋਲਨਕਾਈਮਾ ਤੇ ਸੈਕਲੇਰਨਕਾਈਮਾ। ਇਹਨਾਂ ਦੇ ਕਰੈਕਟਰਿਸਟਿਕਸ ਵੀ ਪੜ੍ਹੇ ਸੀ। ਇਸ ਤੋਂ ਬਾਅਦ ਅਸੀਂ ਕੰਪਲੈਕਸ ਪਰਮਾਨੈਂਟ ਟਿਸ਼ੂਜ਼ ਮੀਨਸ ਗੁੰਝਲਦਾਰ ਸਥਾਈ ਸੈੱਲਾਂ ਬਾਰੇ ਪੜ੍ਹਿਆ, ਇਹਨਾਂ ਨੂੰ ਅਸੀਂ ਵੈਸਕੂਲਰ ਟਿਸ਼ੂਜ਼ ਵੀ ਆਖਦੇ ਹਾਂ। ਇਹ ਬੇਸਿਕਲੀ ਇੱਕ ਤੋਂ ਜ਼ਿਆਦਾ ਤਰ੍ਹਾਂ ਦੇ ਸੈੱਲਾਂ ਤੋਂ ਮਿਲ ਕੇ ਬਣਦੇ ਹਨ, ਇਸ ਕਰਕੇ ਇਹਨਾਂ ਨੂੰ ਕੰਪਲੈਕਸ ਪਰਮਾਨੈਂਟ ਟਿਸ਼ੂ ਆਖਦੇ ਹਨ। ਇਹਨਾਂ ਦੀਆਂ ਫਰਦਰ ਅਸੀਂ ਦੋ ਟਾਈਪਸ ਕੀਤੀਆਂ ਸੀ: ਜ਼ਾਈਲਮ ਟਿਸ਼ੂਜ਼, ਫਿਲੋਇਮ ਟਿਸ਼ੂਜ਼। ਜ਼ਾਈਲਮ ਟਿਸ਼ੂਜ਼ ਦਾ ਕੰਮ ਪਾਣੀ ਅਤੇ ਖਣਿਜ ਪਦਾਰਥਾਂ ਦਾ ਆਦਾਨ ਪ੍ਰਦਾਨ ਕਰਨਾ ਹੁੰਦਾ ਹੈ, ਜੋ ਕਿ ਇੱਕ ਦਿਸ਼ਾ ਵਿੱਚ ਹੁੰਦਾ ਹੈ, ਮੀਨਸ ਜੜ੍ਹਾਂ ਤੋਂ ਉੱਪਰ ਵੱਲ। ਤੇ ਫਿਲੋਇਮ ਟਿਸ਼ੂ ਦਾ ਕੰਮ ਭੋਜਨ ਦਾ ਆਦਾਨ ਪ੍ਰਦਾਨ ਕਰਨਾ ਹੁੰਦਾ ਹੈ। ਇਹ ਦੋਨੋਂ ਦਿਸ਼ਾਵਾਂ ਵਿੱਚ ਆਦਾਨ ਪ੍ਰਦਾਨ ਕਰ ਸਕਦਾ ਹੈ, ਮੀਨਸ ਥੱਲੇ ਤੋਂ ਉੱਪਰ ਵੱਲ ਤੇ ਉੱਪਰ ਤੋਂ ਥੱਲੇ ਵੱਲ। ਫਿਰ ਅਸੀਂ ਜ਼ਾਈਲਮ ਟਿਸ਼ੂਜ਼ ਦੇ ਕੰਪੋਨੈਂਟ ਬਾਰੇ ਵੀ ਪੜ੍ਹਿਆ ਸੀ ਕਿ ਇਹਨਾਂ ਦੇ ਚਾਰ ਕੰਪੋਨੈਂਟ ਹੁੰਦੇ ਹਨ: ਟ੍ਰੈਕਿਡਸ, ਵੈਸਿਲਸ, ਜ਼ਾਈਲਮ ਪੈਰਨਚਾਈਮਾ ਤੇ ਜ਼ਾਈਲਮ ਫਾਈਬਰਸ। ਇਸੇ ਤਰ੍ਹਾਂ ਅਸੀਂ ਫਿਲੋਇਮ ਦੇ ਕੰਪੋਨੈਂਟ ਵੀ ਪੜ੍ਹੇ: ਸੀਵ ਟਿਊਬਸ, ਕੰਪੈਨੀਅਨ ਟਿਊਬਸ ਮੀਨਸ ਸਹਿ ਸੈੱਲ, ਫਿਲੋਇਮ ਫਾਈਬਰਸ ਤੇ ਫਿਲੋਇਮ ਪੈਰਨਚਾਈਮਾ। ਤੇ ਲਾਸਟ ਵਿੱਚ ਅਸੀਂ ਜ਼ਾਈਲਮ ਟਿਸ਼ੂਜ਼ ਤੇ ਫਿਲੋਇਮ ਟਿਸ਼ੂਜ਼ ਦੇ ਵਿਚਕਾਰ ਅੰਤਰ ਸਪਸ਼ਟ ਕੀਤਾ। ਸੋ ਮੈਨੂੰ ਆਸ ਹੈ ਕਿ ਤੁਹਾਨੂੰ ਇਹ ਟੌਪਿਕ ਸਮਝ ਆਇਆ ਹੋਵੇਗਾ। ਸੋ ਮੈਂ ਸੰਦੀਪ ਸਿੰਘ, ਸਾਇੰਸ ਮਾਸਟਰ, ਸਰਕਾਰੀ ਮਿਡਲ ਸਕੂਲ ਪੰਡੋਰੀ ਬਾਵਾ ਦਾਸ, ਡਿਸਟ੍ਰਿਕਟ ਹੁਸ਼ਿਆਰਪੁਰ, ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਥੈਂਕ ਯੂ ਸੋ ਮਚ।